जो बाणी का प्रवाह असी रोज़ाना ही अपनी जिंदगियां अंदर चला रहे हैं, ये तो लाहा लिया जा सके। अज की 7वीं वार गोजरी की वार महला 5वां दियां 16 पौड़ियां आपां पढ़ियां। 17वीं पौड़ी तो पाठ आपां आरंभ करांगे। जिन्हां वीरां भैणां कोल दर्पण पोथी है वो इस चौथी पोथी का 161 अंक प्रकाश करन। जिन्हां कोल शब्दार्थ पोथी है वो गुरु ग्रंथ साहब जी का 522 अंक प्रकाश करन। और जिन्हां कोल जिहड़ा 22 वारां दी पोथी है वो 193 अंक प्रकाश कर लेण। प्रोजैक्टर की दिक्कत आ रही जी, असी उसे नूं देख रहे सी कि वो चल जाए, पिछे पाठ प्रकाश हुंदा रहिंदा नाल नाल, लेकिन उसकी कोई दिक्कत अचानक चलते चलते दी आ गई आ। तां जिन्हां वीरां भैणां कोल पोथी नहीं है, कृपा करके वो पोथी लै लैण ताकि पाठ के दर्शन किए जा सकन। जिन्नी देर तक नहीं चल रहा उन्नी देर तक आपां पाठ चलाउने आ। बाकी जो नाल नाल वो कोशिश कर रहे ने, जे चल पिया तो वो अपना पाठ पिछे स्क्रीन के उत्ते भी प्रकाश हो जाएगा। सो आओ जी आपां पहला सब तो मंगलाचरण वाल ध्यान दिंदे आ। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम निर्भव निर्वैर अकाल मूरत अजूनी सैभं गुर प्रसाद। वाहिगुरु जी का खालसा वाहिगुरु जी की फतेह। श्लोक महला पंजवां। उतम करेंदियां जियो तू तमानिया सुख पुंच। त्यागिंदिया तू प्रभु मिल नानक उतरी चिंत। महला पंजवां। सोभ चिंतन गोविंद रमन निर्मल साधु संग। नानक नाम न विसरों एक घड़ी कर कृपा भगवंत। ये जिहड़ा श्लोक असी 17 नंबर पौड़ी का दूजा श्लोक पढ़िया है, शुभ चिंतन गोबिंद रमन निर्मल साधु संग। ये गुरु ग्रंथ साहब जी दे विच जिथे हुण असी पढ़ रहे हैं ये दूजी वारी है। ये श्लोक एक बारी इस तो पहला भी गुरु ग्रंथ साहब दे विच आ चुका है। गुरु ग्रंथ साहब जी दे आप जी नोट कर लियो 459 अंक दे उत्ते आसा राग दे शंतां दे विच घर 7वें विच ये श्लोक आ चुका है। सो इस बारी ये गुरु ग्रंथ साहब च दूजी वारी पाठ है। पहला आसा राग दे शंतां विच आ चुका है। 459 अंक दे उत्ते ये श्लोक उत्थे भी दर्ज है जी। तेरा कीता होए तां काहे डरदी है। जिस मिल जपी है नाओ तिस जियो अरपी है।
ਆਏ ਚਿਤ ਨਿਹਾਲ ਸਾਹਿਬ ਬੇਸ਼ੁਮਾਰ ਤਿਸਨੋ ਕੋਹਿ ਕਵਨ ਜਿਸ ਬਲ ਨਿਰੰਕਾਰ ਸਭ ਕਿਛ ਤਿਸ ਕੈ ਬਸ ਨਾ ਕੋਈ ਬਾਹਰਾ ਸੋ ਭਗਤ ਭਗਤਾਂ ਮਨ ਉਠਾ ਸੱਚ ਸਮਾਹਰਾ ਤੇਰੇ ਦਾਸ ਧਿਆਇਨ ਤੁਧ ਤੂੰ ਰੱਖਣ ਵਾਲਿਆ ਸਿਰ ਸਭਨਾ ਸਮਰੱਥ ਨਦਰ ਨਿਹਾਲਿਆ ਸਲੋਕ ਮਹਿਲਾ ਪੰਜਵਾ ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਬਾਸ਼ਨਾ ਨਿਵਾਰ ਰਾਖ ਲੇਖ ਪ੍ਰਭ ਆਪਣੇ ਨਾਨਕ ਸਦ ਬਲਿਹਾਰ ਮਹਿਲਾ ਪੰਜਵਾ ਖਾਂਦਿਆਂ ਖਾਂਦਿਆਂ ਮੂੰਹ ਕਠਾ ਪੈ ਨੰਦਿਆਂ ਸਭ ਅੰਗ ਨਾਨਕ ਢੇਡ ਤਿਨਾਂ ਦਾ ਜੀਵਿਆ ਜਿਨਾ ਸੱਚ ਨਾ ਲੱਗੋ ਰੰਗ ਪੌੜੀ। ਹਾਂਜੀ, ਮਹਾਰਾਜ ਨੇ ਦੇਖੋ ਕਿੰਨਾ ਸੌਖਾ ਸਾਡੀ ਜ਼ਿੰਦਗੀ ਦਾ ਰਹਿਣ ਸਹਿਣ ਦਾ ਇੱਕ ਪੱਖ ਇਸ ਸ਼ਲੋਕ ਦੇ ਵਿੱਚ ਬਿਆਨ ਕੀਤਾ। ਔਰ ਮਹਾਰਾਜ ਨੇ ਆਖਿਆ ਖਾਂਦਿਆਂ ਖਾਂਦਿਆਂ ਮੂੰਹ ਕਠਾ, ਕਠਾ ਦਾ ਅਰਥ ਹੈ ਘਸ ਗਿਆ, ਖਾਂਦਿਆਂ ਖਾਂਦਿਆਂ ਮੂੰਹ ਘਸ ਗਿਆ, ਪਹਿਨਦਿਆਂ ਪਹਿਨਦਿਆਂ ਅੰਗ ਘਸ ਗਿਆ, ਅੰਗ। ਨਾਨਕ ਧਰਿਗ ਤਿੰਨਾਂ ਦਾ ਜੀਵਿਆ, ਹੇ ਨਾਨਕ ਉਹਨਾਂ ਦਾ ਜਿਉਣਾ ਲਾਹਣਤ ਹੈ, ਫਿਟਕਾਰਯੋਗ ਹੈ, ਜਿਨ ਸੱਚ ਨਾ ਲੱਗੋ ਰੰਗ। ਜਾਨੀ ਕਿ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਖਾਧਾ ਬਹੁਤ, ਇੰਨਾ ਖਾ ਗਏ ਕਿ ਮੂੰਹ ਘਸ ਗਿਆ, ਪਹਿਨਿਆ ਬਹੁਤ ਤੇ ਇੰਨਾ ਪਹਿਨਿਆ ਕਿ ਸਰੀਰ ਦੇ ਅੰਗ ਘਸ ਗਏ। ਪਰ ਇੰਨਾ ਕੁਛ ਖਾਣ ਤੋਂ ਬਾਅਦ, ਇੰਨਾ ਕੁਛ ਪਹਿਨਣ ਤੋਂ ਬਾਅਦ ਜ਼ਿੰਦਗੀ ਵਿੱਚ ਸੱਚ ਦਾ ਪਿਆਰ ਆਇਆ ਹੀ ਨਹੀਂ, ਸੱਚ ਵਾਲੀ ਗੱਲ ਆਈ ਹੀ ਨਹੀਂ, ਸੱਚ ਨਾਲ ਰਾਬਤਾ ਬਣਿਆ ਹੀ ਨਹੀਂ। ਤਾਂ ਕਾਹਦੀ ਜ਼ਿੰਦਗੀ ਹੋਈ, ਕਾਹਦਾ ਜਿਉਣ ਹੋਇਆ? ਇਹ ਤਾਂ ਐਵੇਂ ਘਰ ਘਰ ਖਾਇਆ ਪਿੰਡ ਵਧਾਇਆ ਵਾਲੀ ਗੱਲ ਹੋਈ ਨਾ। ਖਾਈ ਗਏ, ਸਰੀਰ ਵਧਾਈ ਗਏ, ਔਰ ਖਾਈ ਗਏ, ਸਰੀਰ ਵਧਾਈ ਗਏ, ਭਾਰ ਵਧਾਈ ਗਏ। ਤੇ ਫਿਰ ਸਤਿਗੁਰੂ ਜੀ ਨੇ ਕੁਝ ਇਸ ਤਰੀਕੇ ਨਾਲ ਵੀ ਆਖਿਆ ਕਿ ਕਾਹਦੀ ਜ਼ਿੰਦਗੀ ਹੋਈ ਹੈ, ਇਹ ਕਾਹਦੀ ਜ਼ਿੰਦਗੀ ਹੋਈ। ਚੌਥੇ ਪਾਤਸ਼ਾਹ ਜੀ ਦਾ ਰੋਜ਼ ਰਹਿਰਾਸ ਵਿੱਚ ਪਾਠ ਆਪਾਂ ਜਦੋਂ ਸ਼ਬਦ ਪੜ੍ਹਦੇ ਹਾਂ ਤਾਂ ਸਾਡੇ ਸਾਹਮਣੇ ਪਾਠ ਆਉਂਦਾ, ਧਰਿਗ ਜੀਵੇ ਧਰਿਗ ਜੀਵਾਸ। ਫਿਟਕਾਰ ਇਹੋ ਜਿਹੇ ਜਿਉਣ ਤੇ, ਜੋ ਜੀਵਿਆ ਗਿਆ, ਜੋ ਜੀ ਰਹੇ ਹੋ, ਫਿਟਕਾਰ ਹੈ। ਔਰ ਬਸ ਇੰਨਾ ਧਿਆਨ ਰੱਖੀਏ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਜਿੰਨਾ ਵੀ ਹੋ ਸਕਦਾ ਹੈ ਗੁਰੂ ਦੇ ਪਿਆਰ ਵਿੱਚ ਜੀਣ ਦਾ ਯਤਨ ਕਰੀਏ। ਔਰ ਇਸ ਗੱਲ ਤੋਂ ਅਸੀਂ ਕੋਸ਼ਿਸ਼ ਕਰੀਏ, ਬਚੀਏ ਕਿ ਗੁਰੂ ਦੀ ਫਿਟਕਾਰ ਸਾਨੂੰ ਨਾ ਵੱਜੇ। ਕਿਉਂਕਿ ਜੇ ਗੁਰੂ ਦੀ ਫਿਟਕਾਰ ਸਾਨੂੰ ਵੱਜਦੀ ਆ ਤਾਂ ਸਾਡੇ ਕੋਲ ਬਾਕੀ ਕੀ ਰਹਿ ਗਿਆ? ਕਮ ਸੋ ਕਮ ਗੁਰੂ ਦੀ ਫਿਟਕਾਰ ਤੋਂ ਬਚਣ ਲਈ ਜੇ ਸਾਰਾ ਨਹੀਂ ਤੇ ਥੋੜਾ ਕੀਤਾ ਤੇ ਜਾ ਸਕਦਾ, ਸਾਰਾ ਨਹੀਂ ਤੇ ਥੋੜਾ ਕੀਤਾ ਜਾ ਸਕਦਾ, ਕੀਤਾ ਤੇ ਜਾ ਸਕਦਾ ਹੈ ਨਾ। ਤਾਂ ਸਾਨੂੰ ਆਪਣੀ ਜ਼ਿੰਦਗੀ ਦੇ ਅੰਦਰ ਜੋ ਸਤਿਗੁਰੂ ਉਪਦੇਸ਼ ਦਿੰਦੇ ਆ ਉਸ ਨੂੰ ਮੰਨਣਾ, ਕਮਾਉਣਾ ਜ਼ਰੂਰੀ ਆ। ਨਹੀਂ ਤਾਂ ਜ਼ਿੰਦਗੀ ਐਵੇਂ ਹੀ ਖਾਂਦਿਆਂ ਪੀਂਦਿਆਂ ਪਹਿਨਦਿਆਂ ਲੰਘ ਜਾਂਦੀ ਹੈ। ਤੇ ਮਹਾਰਾਜ ਕਹਿੰਦੇ ਜਦੋਂ ਖਾਂਦਿਆਂ ਪੀਂਦਿਆਂ ਪਹਿਨਦਿਆਂ ਜ਼ਿੰਦਗੀ ਲੰਘ ਗਈ ਫਿਰ ਇਹ ਲਾਹਣਤ ਹੀ ਹੈ, ਫਿਟਕਾਰ ਹੀ ਹੈ। ਇਹ ਜ਼ਿੰਦਗੀ ਦਾ ਸਫਲ ਹੋਣ ਦਾ ਕੋਈ ਵੀ ਕਾਰਨ ਨਹੀਂ ਬਣਦਾ। ਔਰ ਮਹਾਰਾਜ ਨੇ ਇੱਥੋਂ ਤੱਕ ਵੀ ਆਖਿਆ, ਭਾਈ ਰੇ ਭਗਤਹੀਣ ਕਾਹੇ ਜਗ ਆਇਆ। ਜੱਗ ਵਿੱਚ ਕਿਉਂ ਆਇਆ, ਕਾਹਦੇ ਲਈ ਆਇਆ, ਇਹ ਕੀ ਲੈਣ ਆਇਆ ਸੀ? ਭਾਰ ਹੀ ਵਧਾਉਣ ਆਇਆ ਸੀ ਨਾ। ਐਵੇਂ ਧਰਤੀ ਤੇ ਭਾਰ ਵਧਾ ਛੱਡਿਆ, ਕੀਤਾ ਤੇ ਕੁਛ ਨਹੀਂ। ਤੋ ਸਾਡਾ ਖਾਣ ਪੀਣ, ਬੈਠਣ ਉੱਠਣ, ਵਰਤੋਂ ਵਿਹਾਰ ਮਹਾਰਾਜ ਕਿਸੇ ਵੀ ਲੇਖੇ ਨਹੀਂ ਗਿਣਦੇ। ਉਹ ਤੇ ਕਹਿੰਦੇ ਕਾਹੇ ਜੱਗ ਆਇਆ, ਕਿਉਂ ਸੰਸਾਰ 'ਚ ਕਾਹਦੇ ਲਈ ਆਇਆ, ਕੀ ਲੈਣ ਆਇਆ ਸੀ? ਯਾਨੀ ਕਿ ਜਿਹੜੀ ਗੱਲ ਜ਼ਿੰਦਗੀ 'ਚ ਸਾਡੇ ਦੇਖਣਾ ਚਾਹੁੰਦੇ ਜੇ ਨਹੀਂ ਹੈਗੀ ਤਾਂ ਕਹਿੰਦੇ ਕਾਹਦੇ ਲਈ ਆਇਆ, ਕੀਤਾ ਤੇ ਕੁਛ ਨਹੀਂ ਆ। ਪਰ ਜੇ ਅਸੀਂ ਆਪਣੀ ਨਜ਼ਰ ਨਾਲ ਦੇਖਦੇ ਤਾਂ ਅਸੀਂ ਕਹਿੰਦੇ ਅਸੀਂ ਤਾਂ ਬਹੁਤ ਕੁਛ ਕਰ ਲਿਆ, ਅਸੀਂ ਤੇ ਘਰ ਬਣਾਇਆ, ਅਸੀਂ ਪਰਿਵਾਰ ਪਾਲਿਆ, ਅਸੀਂ ਆਹ ਕੀਤਾ ਆਹ ਕੀਤਾ ਆਹ ਕੀਤਾ।
ਸਾਡੇ ਕੋਲ ਤਾਂ ਬਥੇਰਾ ਕੁਛ ਹੈ, ਪਰ ਜਦੋਂ ਸਤਿਗੁਰੂ ਕਿਰਪਾ ਦ੍ਰਿਸ਼ਟੀ ਦੇ ਨਾਲ ਸਾਡੇ ਵੱਲ ਨਜ਼ਰ ਭਰ ਕੇ ਦੇਖਦੇ ਆ ਤੇ ਉਹ ਕਹਿੰਦੇ ਕਾਹੇ ਜੱਗ ਆਇਆ, ਕੀ ਲੈਣ ਆਇਆ ਇੱਥੇ, ਕੀ ਲਿਆ, ਕੀ ਖੱਟਿਆ, ਕੀ ਕਮਾਇਆ। ਤੋ ਸਾਨੂੰ ਇਸ ਪਾਸੇ ਧਿਆਨ ਬੜਾ ਜ਼ਰੂਰੀ ਦੇਣਾ ਚਾਹੀਦਾ ਹੈ। ਫਿਰ ਇੱਕ ਵਾਰੀ ਸ਼ਲੋਕ ਵੱਲ ਧਿਆਨ ਦਿਓ। ਖਾਂਦਿਆਂ ਖਾਂਦਿਆਂ ਮੂੰਹ ਕਠਾ, ਪੈਨੰਦਿਆਂ ਸਭ ਅੰਗ, ਨਾਨਕ ਧਰਿਗ ਤਿਨਾਂ ਦਾ ਜੀਵਿਆ, ਜਿਨ ਸੱਚ ਨਾ ਲੱਗੋ ਰੰਗ। ਜੀ ਪੌੜੀ ਜਿਉਂ ਜਿਉਂ ਤੇਰਾ ਹੁਕਮ ਮੈਂ ਤਿਉਂ ਹੋਵਣਾ, ਜਮ ਜਮ ਰੱਖਾਂ ਆਪ ਤਾਂ ਜਾਏ ਖੜੋਵਣਾ, ਨਾਮ ਤੇਰੇ ਕਾ ਰੰਗ ਦੁਰਮਤ ਭੋਗਣਾ, ਜਪ ਜਪ ਤੁਧ ਨਿਰੰਕਾਰ ਭਰਮ ਕਉ ਖੋਵਣਾ, ਜੋ ਤੇਰਾ ਰੰਗ ਰਤੇ ਸੇ ਜੋਨ ਨਾ ਜੋਬਣਾ, ਅੰਤਰ ਬਾਹਰ ਇੱਕ ਨੈਣ ਅਦੋਬਣਾ, ਜਿਨੀ ਪਿਛਾਤਾ ਹੁਕਮ ਤਿਨ ਕਦੇ ਨਾ ਰੋਵਣਾ, ਨਾਉ ਨਾਨਕ ਬਖਸ਼ੀਸ਼ ਮਨ ਮਾਝ ਪਰੋਵਣਾ। ਸ਼ਲੋਕ ਮਹਿਲਾ ਪੰਜਵਾਂ। ਜੀਵ ਧਿਆਨ ਨਾ ਚੇਤਿਓ ਮੁਆਰ ਲੰਦੜੋ ਖਾਕ, ਨਾਨਕ ਦੁਨੀਆ ਸੰਗ ਗੁਦਾਰਿਆ ਸਾਖਤ ਮੂਰਨ ਪਾਕ। ਥੋੜਾ ਜਿਹਾ ਸਾਧ ਸੰਗਤ ਜੀ ਇੱਕ ਵਾਰੀ ਫਿਰ ਧਿਆਨ ਦਿਓ। ਅਸੀਂ ਮਹਾਰਾਜ ਜੀ ਦਾ ਇੱਕ ਸ਼ਲੋਕ ਜਿਹੜਾ ਹੁਣ ਪੜ੍ਹ ਰਹੇ ਹਾਂ, ਸਾਨੂੰ ਪਾਠ ਕਰਦਿਆਂ ਕੁਛ ਇੱਦਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਅਸੀਂ ਪਾਠ ਕਰ ਰਹੇ ਹਾਂ, ਜੀਵਦਿਆਂ ਨਾ ਚੇਤਿਓ ਮੁਆ ਰਲੰਦੜੋ ਖਾਕ। ਜਿਉਂਦਿਆਂ ਚੇਤਿਆ ਨਹੀਂ, ਮਰ ਗਿਆ ਮੁਆ ਮਰ ਗਿਆ ਤੇ ਖਾਕ ਨਾਲ ਰਲ ਗਿਆ, ਮਿੱਟੀ ਨਾਲ ਰਲ ਗਿਆ। ਸਾਨੂੰ ਇੰਝ ਲੱਗਦਾ ਕਿ ਜਿਵੇਂ ਜਿਸ ਬੰਦੇ ਨੇ ਜਿਉਂਦਿਆਂ ਰੱਬ ਨੂੰ ਚੇਤੇ ਨਹੀਂ ਕੀਤਾ, ਉਹ ਸਰੀਰਕ ਤੌਰ ਤੇ ਮਰ ਗਿਆ, ਸੰਸਕਾਰ ਹੋ ਗਿਆ ਤੇ ਮਿੱਟੀ 'ਚ ਰਲ ਗਿਆ। ਅਸੀਂ ਸਿੱਧਾ ਡਾਇਰੈਕਟ ਇੱਧਰ ਨੂੰ ਜਾਂਦੇ ਹਾਂ। ਪਰ ਚੇਤਾ ਰੱਖਿਓ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਰੀਰਕ ਤੌਰ ਤੇ ਮਰਨ ਦੀ ਗੱਲ ਕੀਤੀ ਹੈ, ਪਰ ਜਦੋਂ ਮਰਨ ਦੀ ਗੱਲ ਕੀਤੀ ਹੈ ਨਾ, ਇੱਥੇ ਜਿਵੇਂ ਅਸੀਂ ਪੜ੍ਹ ਰਹੇ ਹਾਂ, ਤਾਂ ਸਰੀਰਕ ਤੌਰ ਤੇ ਬੰਦਾ ਭਾਵੇਂ 100 ਸਾਲ ਜਾਂ 100 ਸਾਲ ਤੋਂ ਵੱਧ ਵੀ ਜਿਉਂਦਾ ਰਵੇ, ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਜਦੋਂ ਚੇਤੇ ਹੀ ਨਹੀਂ ਕੀਤਾ, ਜਦੋਂ ਚੇਤੇ ਹੀ ਨਹੀਂ ਕੀਤਾ, ਜਿਸ ਪੜਾਅ ਤੋਂ ਵੀ ਛੱਡ ਦਿੱਤਾ, ਬਚਪਨ ਤੋਂ ਛੱਡਿਆ, ਜਵਾਨੀ ਤੋਂ ਛੱਡਿਆ, ਜਿੱਥੋਂ ਵੀ ਰੱਬ ਨਾਲੋਂ ਸੰਬੰਧ ਤੋੜ ਲਿਆ, ਨਾਤਾ ਤੋੜ ਲਿਆ, ਉੱਥੋਂ ਹੀ ਮੁਰਦਾ ਆ। ਆਖਾਂ ਜੀਵਾਂ ਵਿਸਰੈ ਮਰ ਜਾਉ। ਮਾਝ ਕੀ ਵਾਰ ਦਾ ਪਾਠ ਯਾਦ ਹੋਏਗਾ ਜੀ। ਮਹਾਰਾਜ ਨੇ ਆਖਿਆ ਸੀ ਨਾ, ਸੋ ਜੀਵਿਆ ਜਿਸ ਮਨ ਵਸਿਆ ਸੋਏ। ਜਿਹਦੇ ਮਨ ਚ ਵਸਿਆ ਉਹੋ ਹੀ ਜਿਉਂਦਾ ਹੈ, ਨਾਨਕ ਅਵਰ ਨਾ ਜੀਵੈ ਕੋਏ। ਬਾਕੀਆਂ ਨੂੰ ਤਾਂ ਜਿਉਂਦਾ ਮਨ ਹੀ ਨਹੀਂ ਰਹੇ ਮਹਾਰਾਜ। ਹੁਣ ਇੱਥੇ ਜਦੋਂ ਸਤਿਗੁਰੂ ਨੇ ਆਖਿਆ ਜੀਵਦਿਆਂ ਨਾ ਚੇਤਿਓ, ਜੀਵਦਿਆਂ ਨਾ ਚੇਤਿਓ, ਚੇਤਿਆ ਨਹੀਂ, ਜਿਉਂਦੇ ਨੇ। ਜਦੋਂ ਚੇਤਿਆ ਜਾ ਸਕਦਾ ਸੀ, ਯਾਦ ਭੁਲਾ ਦਿੱਤੀ, ਮਰ ਗਿਆ। ਜਿਉਂਦਾ ਬੰਦਾ ਜਦੋਂ ਸਰੀਰਕ ਤੌਰ ਤੇ ਭਾਵੇਂ ਰਹਿ ਰਿਹਾ, ਸਰੀਰਕ ਤੌਰ ਤੇ ਬੋਲ ਚਾਲ ਤੁਰ ਫਿਰ ਰਿਹਾ, ਪਰ ਮਹਾਰਾਜ ਨੇ ਤੁਰਦੀ ਫਿਰਦੀ ਲਾਸ਼ ਡਿਕਲੇਅਰ ਕਰਤੀ ਕਿ ਇਹ ਜਿਉਂਦਾ ਨਹੀਂ, ਮੁਰਦਾ ਹੈ। ਮੋਆ ਰਲੰਦੜੋ ਖਾਕ, ਮੋਆ ਖਾਕ ਨਾਲ ਰਲ ਗਿਆ, ਖਾਕ ਨਾਲ, ਜਾਨੀ ਇਹ ਵਿਕਾਰਾਂ ਦੀ ਖੇ ਮਿੱਟੀ ਛਾਣਦਾ ਫਿਰਦਾ। ਹੁਣ ਇਹ ਵਿਕਾਰਾਂ ਦੀ ਖੇ ਮਿੱਟੀ ਛਾਣਦਾ ਫਿਰਦਾ। ਹਰ ਨਾਮ ਨ ਸਿਮਰੈ ਸਾਧ ਸੰਗ, ਤੈ ਤਨ ਉੱਡੈ ਖੇ। ਉਹਨਾਂ ਦੇ ਤਨ ਤੇ ਖੇ ਉੱਡਦੀ ਹੈ। ਖੇ ਕਾਦੀ ਖੇ? ਵਿਕਾਰਾਂ ਦੀ। ਔਰ ਸਿਆਣੇ ਤੁਸੀਂ ਬੈਠੇ ਹੋ, ਜਿਹੜੇ ਲੋਕ ਬਹੁਤੇ ਇਦਾਂ ਦੇ ਵਿਕਾਰਾਂ 'ਚ ਖਚਿਤ ਹੋ ਜਾਂਦੇ ਆ ਨਾ, ਤਾਂ ਸ਼ਹਿਰਾਂ 'ਚ ਵੀ ਹੋਏਗਾ, ਪਿੰਡਾਂ ਵਾਲੇ ਆਮ ਤੌਰ ਤੇ ਕਹਿੰਦੇ ਆ, ਕਿਸੇ ਨੇ ਵੀ ਕੋਈ ਇਦਾਂ ਦੀ ਗਲਤੀ, ਬੱਜਰ ਗਲਤੀ ਕੀਤੀ ਹੈ, ਤਾਂ ਉਹਨੂੰ ਆਮ ਤੌਰ ਤੇ
ਸੱਭਿਅਕ ਬੋਲਾਂ ਦੇ ਵਿੱਚ ਕਹਿੰਦੇ ਇਹਨੇ ਖੇ ਮਿੱਟੀ ਸਿਰ 'ਚ ਪਾ ਲਈ। ਖੇ ਮਿੱਟੀ ਸਿਰ 'ਚ ਪਾਉਣੀ ਕਹਿੰਦੇ ਆ ਜਦੋਂ ਕੋਈ ਬੰਦੇ ਗਲਤੀਆਂ ਵੱਡੀਆਂ ਕਰਦੇ ਆ। ਤਾਂ ਸਤਿਗੁਰੂ ਕਹਿੰਦੇ ਇਹ ਖਾਕ ਨਾਲ ਰਲ ਗਿਆ, ਇਹ ਤਾਂ ਘੱਟੇ ਮਿੱਟੀ ਨਾਲ ਰਲ ਗਿਆ, ਪੱਲੇ ਕੱਖ ਨਹੀਂ ਰਹਿ ਗਿਆ। ਇਹ ਤਾਂ ਸਿਰਫ ਤੁਰਦਾ ਫਿਰਦਾ ਕਲਬੂਤ ਹੈ, ਇਹ ਤੁਰਦਾ ਫਿਰਦਾ ਇੱਕ ਢਾਂਚਾ ਆ, ਵਿੱਚੋਂ ਚੀਜ਼ ਮਰ ਗਈ ਆ, ਇਹਦੇ ਅੰਦਰ ਉਹ ਰੂਹਾਨੀਅਤ, ਉਹ ਰੂਹ, ਉਹ ਆਵਾਜ਼, ਉਹ ਇਨਸਾਨੀਅਤ, ਉਹ ਗੁਣ ਨਹੀਂ ਹੈਗੇ। ਹਰ ਬਿਸਰਤ ਤੇਰੇ ਗੁਣ ਗਲਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਗੁਣ ਗਲ ਜਾਂਦੇ ਆ, ਤੇ ਜਿੱਥੇ ਗੁਣ ਗਲ ਗਏ ਉੱਥੇ ਸਰੀਰ ਤਾਂ ਭਾਵੇਂ ਤੁਰਦਾ ਫਿਰਦਾ ਰਹਿੰਦਾ ਆ, ਪਰ ਮਹਾਰਾਜ ਉਸ ਨੂੰ ਇਨਸਾਨ ਮਨੁੱਖ ਮੰਨਣ ਲਈ ਤਿਆਰ ਨਹੀਂ। ਕਰਤੂਤ ਪਸ਼ੂ ਕੀ ਮਾਨਸ ਜਾਤ ਕਹਿੰਦੇ ਆ। ਕਰਤੂਤ ਪਸ਼ੂ ਦੀ ਹੋ ਗਈ ਆ, ਕਿਉਂਕਿ ਇਹਦੇ ਚੋਂ ਇਨਸਾਨੀਅਤ ਵਾਲੇ ਗੁਣ, ਮਨੁੱਖ ਵਾਲੇ ਗੁਣ ਗਲ ਗਏ ਆ। ਹੁਣ ਇਹ ਪਸ਼ੂ ਹੀ ਆ, ਇਹ ਡੰਗਰ ਆ, ਇਹਦੇ ਤੋਂ ਉੱਤੇ ਨਹੀਂ। ਜਾਤ ਮਾਨਸ ਦੀ, ਸਰੀਰ ਮਾਨਸ ਦਾ ਆ, ਤੁਰਨਾ ਫਿਰਨਾ, ਲੀੜਾ ਕੱਪੜਾ, ਖਾਣਾ ਪੀਣਾ, ਬਸ ਇਹ ਦਿਸਦਾ ਹੈ ਵੀ ਇਹ ਬੰਦਾ ਆ। ਬਾਕੀ ਜਦੋਂ ਮਹਾਰਾਜ ਪਾਰਖੂ ਨਜ਼ਰ ਨਾਲ ਦੇਖਦੇ ਨੇ ਤੇ ਕਹਿੰਦੇ ਇਹ ਤਾਂ ਪਸ਼ੂ ਆ, ਇਹ ਤਾਂ ਪਸ਼ੂ ਆ। ਇੱਕ ਹੋਰ ਬੇਨਤੀ ਕਰਦਾ ਮਹਾਰਾਜ ਦੀ ਬਾਣੀ ਚ। ਮਹਾਰਾਜ ਪਤਾ ਕੀ ਕਹਿੰਦੇ ਆ? ਕਹਿੰਦੇ ਪਸ਼ੂ, ਸੁਣਿਓ ਜੀ ਧਿਆਨ ਨਾਲ, ਪਸ਼ੂ ਮਾਨਸ ਚੰਮ ਪਲੇਟੇ, ਅੰਦਰੋਂ ਕਾਲਿਆ। ਫਿਰ ਬੋਲਾਂ, ਪਸ਼ੂ ਮਾਨਸ ਚੰਮ ਪਲੇਟੇ। ਹੈ ਕਹਿੰਦੇ ਡੰਗਰ ਬੰਦੇ ਦੇ ਮਾਨਸ ਦੇ ਚੰਮ ਵਿੱਚ ਲਪੇਟੇ ਹੋਏ ਆ, ਅੰਦਰੋਂ ਤੇ ਕਾਲੇ ਹੀ ਆ। ਮਾਨਸ ਦੇ ਚੰਮ ਵਿੱਚ ਲਪੇਟੇ ਆ, ਹੈ ਤਾਂ ਪਸ਼ੂ ਹੀ ਆ, ਚੰਮ ਹੀ ਮਾਨਸ ਦਾ ਨਾ। ਤਾਂ ਖੈਰ ਅਸੀਂ ਸ਼ਲੋਕ ਵੱਲ ਧਿਆਨ ਦੇ ਰਹੇ ਸਾਂ। ਜੇ ਸੱਚੇ ਸਾਹਿਬ ਜੀ ਦਾ ਉਪਦੇਸ਼, ਸੱਚੇ ਸਾਹਿਬ ਜੀ ਦਾ ਨਾਮ ਜ਼ਿੰਦਗੀ 'ਚ ਚੇਤੇ ਨਹੀਂ ਕਰ ਰਹੇ ਤਾਂ ਮਹਾਰਾਜ ਕਹਿੰਦੇ ਮੁਰਦਾ ਆ, ਇਹ ਵਿਕਾਰਾਂ ਦੀ ਖੇ ਮਿੱਟੀ ਵਾਲੇ ਪਾਸੇ ਰਲ ਗਿਆ। ਇਹ ਉਹ ਖੇ ਮਿੱਟੀ ਉਡਾਏਗਾ, ਇਹ ਤੋਂ ਉੱਤੇ ਹੋਰ ਇਹਦੇ ਕੋਲ ਹੁਣ ਕੁਛ ਨਹੀਂ ਹੈ ਜੀ। ਮਹਿਲਾ ਪੰਜਵਾਂ। ਜੀਵਨ ਦਿਆਂ ਭਾਰ ਚੇਤਿਆ, ਮਰਨ ਦਿਆਂ ਹਰ ਰੰਗ, ਜਨਮ ਪਦਾਰਥ ਤਾਰਿਆ, ਨਾਨਕ ਸਾਧੂ ਸੰਗ। ਜੀਵਨ ਦਿਆਂ ਹਰ ਚੇਤਿਆ, ਜੀਵਨ ਦਿਆਂ, ਖਾਂਦਿਆਂ ਪੀਂਦਿਆਂ ਤੁਰਦਿਆਂ ਫਿਰਦਿਆਂ, ਜੀਵਨਦਿਆਂ ਜਦੋਂ ਰੱਬ ਨੂੰ ਚੇਤੇ ਕੀਤਾ, ਤੇ ਮਰਨਦਿਆਂ, ਮਰਨਦਿਆਂ ਜਾਨੀ ਮਾਇਆ ਮੋਹ, ਰੱਬ ਨੂੰ ਚੇਤੇ ਕੀਤਾ ਤੇ ਮਾਇਆ ਮੋਹ ਵੱਲੋਂ ਮਰਦਿਆਂ, ਉਧਰੋਂ ਮੁਰਦਾ ਹੋ ਕੇ, ਉਦੋਂ ਵੀ ਰੱਬ ਦਾ ਪਿਆਰ ਨਾਲ ਸੀ। ਸਰੀਰਕ ਤੌਰ ਤੇ ਮਰਨ ਦਾ ਰੌਲਾ ਨਹੀਂ ਜੇ ਇੱਥੇ, ਨਾ ਸਰੀਰਕ ਤੌਰ ਤੇ ਜਿਉਂਦੇ ਹੋਣ ਦੀ ਗੱਲ ਆ ਰਹੀ ਆ, ਨਾ ਸਰੀਰਕ ਤੌਰ ਤੇ ਮਰ ਜਾਣ ਦੀ ਗੱਲ ਆ ਰਹੀ ਆ। ਜਿਉਂਦਾ ਵੀ ਮਹਾਰਾਜ ਉਹਨੂੰ ਮੰਨਦੇ ਆ ਜਿਹਦੇ ਅੰਦਰ ਰੱਬੀ ਸੁਰਤ ਕੰਮ ਕਰ ਰਹੀ ਆ, ਗੁਰੂ ਉਪਦੇਸ਼ ਦੀ ਰੌਂ ਚੱਲ ਰਹੀ ਆ। ਤੇ ਮੁਰਦਾ ਵੀ ਸਤਿਗੁਰੂ ਉਹਨੂੰ ਕਹਿ ਰਹੇ ਨੇ ਜਿਹਦੇ ਅੰਦਰੋਂ ਗੁਰੂ ਉਪਦੇਸ਼ ਦੀ ਰੌਂ ਖਤਮ ਹੋ ਗਈ ਆ, ਉਸੇ ਨੂੰ ਮੁਰਦਾ ਕਿਹਾ ਜਾ ਰਿਹਾ। ਔਰ ਇਸ ਸਬਜੈਕਟ ਨੂੰ ਬੜੇ ਧਿਆਨ ਨਾਲ ਵਿਚਾਰ ਕੇ ਅਸੀਂ ਘਰਾਂ 'ਚ ਬਹਿ ਕੇ ਵੀ ਤੁਸੀਂ ਸੋਚਿਓ, ਨੋਟ ਕਰ ਲਿਓ ਕਿ ਜਦੋਂ ਮਹਾਰਾਜ ਨੇ ਵੇਖੋ ਸਾਡੇ ਰੋਜ਼ਾਨਾ ਦੇ ਪਾਠ ਵਿੱਚ ਹੀ ਇਹ ਗੱਲ ਪਾ ਦਿੱਤੀ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਦਾ ਹਾਂ ਜਿਉਂਦਾ ਹਾਂ, ਵਿਸਰਦਾ ਹੈ ਤੇ ਮੈਂ ਮਰ ਜਾਂਦਾ, ਮੇਰੀ ਮੌਤ ਹੋ ਜਾਂਦੀ ਆ। ਇੱਕ ਸ਼ਲੋਕ ਤੁਹਾਡੇ ਹੋਰ ਵੀ ਯਾਦ ਹੋਏਗਾ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਐ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਤੋ ਜਿੱਥੇ ਸਰੀਰਕ ਮਰਨੇ ਦੀ ਗੱਲ ਆਏਗੀ ਉੱਥੇ ਵੀ ਜ਼ਿਕਰ ਮਹਾਰਾਜ ਨੇ ਕੀਤਾ ਆ, ਉਹ ਵੀ ਦੇਖਾਂਗੇ ਅਸੀਂ। ਪਰ ਜਦੋਂ ਸਰੀਰਕ ਮਰਨੇ ਤੋਂ ਹਟ ਕੇ ਸਾਡੇ ਅੰਦਰੂਨੀ ਮਾਨਸਿਕ ਤੌਰ ਤੇ, ਜਿਹਨੂੰ ਅਸੀਂ ਆਤਮਕ ਮੌਤ ਕਹਿੰਦੇ ਆ, ਜਦੋਂ ਉਹਦਾ ਜ਼ਿਕਰ ਕਰਨਗੇ, ਜਾਂ ਮਾਇਆ ਮੋਹ ਵੱਲੋਂ ਮਰ ਕੇ ਗੁਰੂ ਵਾਲੇ ਪਾਸੇ ਹੋ ਕੇ ਜਿਉਣਾ, ਤਿੰਨ ਤਰ੍ਹਾਂ ਦੀ ਮੌਤ ਦਾ ਜ਼ਿਕਰ ਹੈ ਜੀ।
ਸਰੀਰ ਦੀ ਮੌਤ ਦਾ ਜ਼ਿਕਰ ਵੀ ਮਹਾਰਾਜ ਨੇ ਕੀਤਾ। ਸੱਚੇ ਸਾਹਿਬ ਵੱਲੋਂ ਹਟ ਕੇ ਵਿਕਾਰਾਂ ਵੱਲ ਜਿਉਣਾ, ਗੁਰੂ ਵੱਲੋਂ ਮਰ ਜਾਣਾ ਆ। ਵਿਕਾਰਾਂ ਵੱਲੋਂ ਹਟ ਕੇ ਸੱਚੇ ਸਾਹਿਬ ਦੇ ਲੜ ਲੱਗ ਜਾਣਾ, ਵਿਕਾਰਾਂ ਵੱਲੋਂ ਮਰ ਜਾਣਾ ਆ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਔਰ ਇਹ ਚੀਜ਼ ਨੂੰ ਅਸੀਂ ਸਮਝਣਾ ਆ। ਕਾਸ਼ ਸਾਡੇ ਸਮਾਜ ਨੂੰ, ਸਾਡੇ ਲੋਕਾਂ ਨੂੰ, ਸਾਡੇ ਸਿੱਖ ਵੀਰਾਂ ਭੈਣਾਂ ਨੂੰ ਕਿਤੇ ਇਸ ਗੱਲ ਦੀ ਸਮਝ ਆਵੇ ਕਿ ਜੇ ਅਸੀਂ ਗੁਰੂ ਦੀ ਗੱਲ ਸੁਣ ਨਹੀਂ ਰਹੇ, ਕਮਾ ਨਹੀਂ ਰਹੇ, ਜੀਵਨ ਦੇ ਪੱਲੇ ਨਹੀਂ ਨਾ ਬੰਨ ਰਹੇ, ਤਾਂ ਜਿੰਨਾ ਮਰਜ਼ੀ ਅਸੀਂ ਜ਼ੋਰ ਲਾਈ ਜਾਈਏ, ਗੁਰੂ ਦੀ ਨਜ਼ਰ ਵਿੱਚ ਅਸੀਂ ਤੁਰਦੇ ਫਿਰਦੇ ਮੁਰਦੇ ਹਾਂ। ਔਰ ਇਹ ਸਾਡੇ ਲਈ ਬੜੀ ਮਾੜੀ ਗੱਲ ਹੈ ਕਿ ਜੇ ਅਸੀਂ ਗੁਰੂ ਦੀ ਨਜ਼ਰ ਵਿੱਚ ਮੁਰਦੇ ਡਿਕਲੇਅਰ ਹੋ ਜਾਈਏ। ਤੇ ਮੈਂ ਤੈਨੂੰ ਇਦਾਂ ਵੀ ਕਹਿਣਾ ਹੁੰਦਾ, ਪਹਿਲਾਂ ਵੀ ਬੇਨਤੀ ਕਰਕੇ ਹਟਿਆ, ਮੈਂ ਕਹਿੰਦਾ ਸਾਰੇ ਸਾਹ ਨਾ ਵੀ ਆਉਣ, ਸਾਹ ਜਿਹਾ ਵਰੋਲਦੇ ਰਹੀਏ, ਜਿਉਂਦੇ ਤੇ ਆਇਆ ਨਾ। ਥੋੜਾ ਥੋੜਾ ਤੇ ਆਉਂਦਾ ਨਾ ਸਾਹ, ਕਦੀ ਕਦੀ ਤੇ ਹੌਕਾ ਜਿਹਾ ਆਉਂਦਾ ਨਾ। ਤੇ ਜੇ ਕਦੀ ਕਦੀ ਹੌਕਾ ਆਉਂਦਾ ਹੋਵੇ ਤੇ ਮੁਰਦਾ ਨਹੀਂ ਕਿਹਾ ਜਾਂਦਾ। ਤੇ ਜੇ ਬਿਲਕੁਲ ਹੀ ਰੁਕ ਜਾਣ, ਆ ਹੀ ਨਹੀਂ ਰਿਹਾ ਸਾਹ, ਹੈ ਨਾ, ਸਵੇਰ ਤੋਂ ਸ਼ਾਮ ਤੱਕ ਸਾਹ ਹੀ ਨਹੀਂ ਆਇਆ, ਤਾਂ ਫਿਰ ਹੁਣ ਜਿਉਂਦਾ ਥੋੜਾ ਕਿਹਾ ਜਾ ਸਕਦਾ, ਇਹ ਤਾਂ ਮੁਰਦਾ ਹੀ ਆ ਨਾ। ਕੋਈ ਨਹੀਂ, ਜੇ ਕਦੀ ਕਦੀ ਵਿੱਚੋਂ ਸਾਹ ਰੁਕਦਾ ਵੀ ਆ, ਠੀਕ ਹੋ ਜਾਏਗਾ, ਇਹ ਵੀ ਠੀਕ ਕਰ ਲਾਂਗੇ, ਆਵੇ ਤੇ ਸਹੀ। ਤੋ ਇਸ ਸਤਿਗੁਰੂ ਦੇ ਉਪਦੇਸ਼ ਨੂੰ ਧਿਆਨ ਨਾਲ ਰੱਖਿਓ ਜੀ, ਕਿਉਂਕਿ ਅਸੀਂ ਕੁਝ ਸਵਾਲ ਮੇਰੇ ਕੋਲ ਪਿਛਲੇ ਦਿਨਾਂ ਤੋਂ ਪਹੁੰਚੇ ਵੀ ਆ, ਮੇਰੇ ਧਿਆਨ 'ਚ ਆ। ਕੱਲ ਵੀ ਵੀਰ ਜੀ ਇੱਕ ਸਵਾਲ ਉਸੇ ਸਵਾਲ ਨੂੰ ਹੀ ਰਲਦਾ ਮਿਲਦਾ ਉਹ ਵੀ ਕਰਕੇ ਗਏ ਸੀਗੇ, ਤਾਂ ਮੈਂ ਧਿਆਨ 'ਚ ਰੱਖ ਰਿਹਾ ਜੀ। ਅਸੀਂ ਸਹਿਜ ਸਹਿਜ ਉਹਨਾਂ ਸਵਾਲਾਂ ਵੱਲ ਨੂੰ ਵੱਧ ਰਹੇ ਹਾਂ। ਮੈਂ ਤਾਂ ਨਹੀਂ ਸੀ ਜਵਾਬ ਉਹਦਾ ਦੇ ਰਿਹਾ ਕਿ ਜਿਹੜਾ ਪਾਠ ਕਰਦਿਆਂ ਅਸੀਂ ਸੋਚਣ ਢੰਗ ਉਸ ਤਰੀਕੇ ਨਾਲ ਬਣਾਈਏ ਜਿਹਦੇ ਵਿੱਚ ਸਾਨੂੰ ਉੱਤਰ ਲੈਂਦਿਆਂ ਹੋਇਆਂ, ਮੁੜ ਕੇ ਸਮਝ ਲੈਂਦਿਆਂ ਹੋਇਆਂ ਸਾਨੂੰ ਦਿੱਕਤ ਨਾ ਪੇਸ਼ ਆਵੇ। ਜੇ ਇੱਕਦਮ ਅਸੀਂ ਕਿਸੇ ਐਸੇ ਸਬਜੈਕਟ ਨੂੰ ਹੱਥ ਪਾ ਲਈਏ ਜਿਹਦੀ ਸਾਡੀ ਤਿਆਰੀ ਨਾ ਹੋਵੇ, ਤਾਂ ਉਹ ਸਾਡੇ ਲਈ ਫਿਰ ਕਈ ਵਾਰ ਔਖਾ ਹੋ ਜਾਂਦਾ। ਤਾਂ ਅਸੀਂ ਸਹਿਜ ਸਹਿਜ ਉਸ ਪਾਸੇ ਨੂੰ ਵੱਧ ਰਹੇ ਹਾਂ। ਵੀਰ ਜੀ ਹੋਰਾਂ ਨੇ ਬੈਠੇ ਨੇ, ਇੱਕ ਪਿੱਛੇ ਵੀਰ ਜੀ ਬੈਠੇ ਨੇ, ਇਹਨਾਂ ਨੇ ਮੇਰੇ ਧਿਆਨ 'ਚ ਲਿਆਂਦਾ ਸੀ ਕਿ ਇੱਕ ਪੂਰਬ ਜਨਮ ਦੀ ਗੱਲ ਆ ਰਹੀ ਆ, ਪੂਰਬ ਕਰਮ ਦੀ ਗੱਲ ਆ ਰਹੀ ਆ, ਵੀ ਇਸ ਪਾਸੇ ਵੀ ਸਾਡਾ ਧਿਆਨ ਜਾਣਾ ਚਾਹੀਦਾ। ਤਾਂ ਕੁਝ ਸ਼ਬਦਾਂ ਦੇ ਇਹਨਾਂ ਨੇ ਮੈਨੂੰ ਦਰਸ਼ਨ ਵੀ ਕਰਵਾਏ ਸੀ, ਉਹ ਆਪਾਂ ਰੋਜ਼ ਪੜ੍ਹਦੇ ਸੁਣਦੇ ਵੀ ਰਹਿੰਦੇ ਆ। ਤਾਂ ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤਹਿ ਕੋ ਨਾ ਸਹਾਈ ਵਾਲੇ। ਤਾਂ ਅਸੀਂ ਉਸ ਪਾਠ ਵੱਲ ਵੱਧ ਰਹੇ ਹਾਂ, ਉਹਨਾਂ ਚੀਜ਼ਾਂ ਨੂੰ ਅਸੀਂ ਲੈਣਾ ਸ਼ੁਰੂ ਕਰਾਂਗੇ, ਕਿਉਂਕਿ ਅੱਜ ਅਸੀਂ ਇੱਥੇ ਜੰਮਣ ਮਰਨ ਵਾਲੀ ਗੱਲ ਕਰ ਰਹੇ ਹਾਂ, ਤੇ ਇਸ ਤੋਂ ਬਾਅਦ ਅਸੀਂ ਅੱਗੇ ਸਹਿਜ ਸਹਿਜ ਪੜਾ ਅੱਗੇ ਵਧਾਂਗੇ। ਤੋ ਉਧਰ ਵੀ ਅਸੀਂ ਆਵਾਂਗੇ। ਤੋ ਮੈਨੂੰ ਲੱਗਦਾ ਸੀ ਕਿ ਅੱਜ ਤੋਂ ਅਸੀਂ ਇਹ ਸ਼ਲੋਕ ਸਾਡੇ ਸਾਹਮਣੇ ਆ, ਤਾਂ ਇਸ ਪਾਸੇ ਨੂੰ ਥੋੜਾ ਧਿਆਨ ਦੇਈਏ। ਸਰੀਰਕ ਮਰਨੇ ਨਾਲੋਂ ਜ਼ਿਆਦਾ ਖਤਰਨਾਕ ਹੈ ਮਾਨਸਿਕ ਤੌਰ ਤੇ ਬੰਦੇ ਦਾ ਗੁਰੂ ਵੱਲੋਂ ਮਰ ਜਾਣਾ, ਇਹ ਜ਼ਿਆਦਾ ਖਤਰਨਾਕ ਹੈ। ਹਾਂਜੀ। ਔੜੀ ਆਦ ਜੁਗਾਦੀ ਆਪ ਰਖਣ ਵਾਲਿਆ, ਸਚ ਨਾਮ ਕਰਤਾਰ ਸਚ ਪਸਾਰਿਆ। ਨਾ ਕਹੀ ਨਾ ਹੋਏ ਘਟੇ ਘਟ ਸਾਰਿਆ, ਮਿਹਰਬਾਨ ਸਮਰੱਥ ਆਪੇ ਹੀ ਘਾਟਿਆ। ਜਿਨ ਮਨ ਬੁੱਠਾ ਆਪ ਸੇ ਸਦਾ ਸੁਖਾਲਿਆ, ਆਪੇ ਰਚਨ ਰਚਾਏ ਆਪੇ ਹੀ ਪਾਲਿਆ। ਸਭ ਕਿਛ ਆਪੇ ਆਪ ਬੇਅੰਤ ਅਪਾਰਿਆ, ਗੁਰ ਪੂਰੇ ਕੀ ਟੇਕ ਨਾਨਕ ਸੰਭਾਲਿਆ। ਸਲੋਕ ਮਹਿਲਾ ਪੰਜਵਾਂ। ਆਦ ਮਦ ਅਠੰਤ ਪਰਮੇਸ਼ਰ ਰਖਿਆ, ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ। ਸਾਧਾ ਸੰਗ ਅਪਾਰ ਅਨੰਦਿਨ ਹਰ ਗੁਣ ਰਵੈ, ਪਾਏ ਮਨੋਰਥ ਸਭ ਜੋਨੀ ਨਾ ਭਵੈ।
सब किश करते हथ कारण जो करे, नानक मंगै दान संता धूर तरै। महला पंजवा तिसनो मन बसाए जिन उपाया, जिन जन ध्याया खसम तिन सुख पाया। सफल जन्म परवान गुरमुख आया, हुक्म बुझ निहाल खसम फरमाया। जिस हुआ आप कृपाल सो नह फरमाया, जो जो दिता खसम सोई सुख पाया। नानक जिसै दयाल बुझाए हुक्म मित, जिसै भुलाए आप मर मर जमै नित। पौड़ी निंदक मारे तत्काल, खिन टिकन ना दिते। हाँ जी, देखियो ध्यान नाल, निंदक मारे तत्काल। तत्काल मतलब तुरंत, उसे वेले। ਹੁਣ ਜਦੋਂ ਮਹਾਰਾਜ ਕਹਿੰਦੇ ਨਿੰਦਕ ਮਾਰੇ ਤਤਕਾਲ, ਸਤਿਗੁਰੂ ਦਾ ਬਚਨ ਹੈ, ਗੁਰੂ ਅਰਜਨ ਸਾਹਿਬ ਦਾ ਬਚਨ ਹੈ। ਪੌੜੀ ਗੁਰੂ ਅਰਜਨ ਸਾਹਿਬ ਦੀ ਆ, ਵਾਰ ਗੁਰੂ ਅਰਜਨ ਸਾਹਿਬ ਦੀ ਆ। ਕਿ ਨਿੰਦਕ ਨੂੰ ਵੇਖਦਿਆਂ ਨਿੰਦਕ ਨੂੰ ਸਰੀਰਕ ਤੌਰ ਤੇ ਮਾਰ ਦਿੱਤਾ। ਨਿੰਦਕ ਨੂੰ ਵੇਖਦਿਆਂ ਨਿੰਦਕ ਨੂੰ ਸਰੀਰਕ ਤੌਰ ਤੇ ਮਾਰ ਦਿੱਤਾ, ਗਲ ਘੁੱਟ ਦਿੱਤਾ, ਗੋਲੀ ਮਾਰ ਦਿੱਤੀ? ਨਹੀਂ। ਮਹਾਰਾਜ ਪਤਾ ਕੀ ਕਹਿੰਦੇ ਆ, ਜਿਸ ਬੰਦੇ ਨੇ ਆਪਣੇ ਅੰਦਰ ਨਿੰਦਿਆ ਨੂੰ ਟਿਕਾ ਲਿਆ ਹੈ ਨਾ, ਨਿੰਦਿਆ ਵਾਲਾ ਸੁਭਾਅ ਬਣਾ ਲਿਆ ਹੈ। ਨਿੰਦਿਆ ਦੀ ਆਪਾਂ ਉਦੋਂ ਗੱਲ ਕੀਤੀ ਸੀ, ਚੇਤਾ ਹੋਏਗਾ। ਨਿੰਦਿਆ ਦਾ ਅਰਥ ਹੈ ਜਦੋਂ ਅਸੀਂ ਗੁਰੂ ਹੁਕਮ ਤੋਂ ਮੂੰਹ ਫੇਰਦੇ ਹਾਂ, ਇਹ ਗੁਰੂ ਦੀ ਨਿੰਦਿਆ ਹੈ। ਗੁਰੂ ਉਪਦੇਸ਼ ਨੂੰ ਸੁਣਦਿਆਂ ਪੜ੍ਹਦਿਆਂ ਜਦੋਂ ਆਨਾਕਾਨੀ ਕਰਦੇ ਆ, ਆਲਾ ਟਾਲਾ ਕਰਦੇ ਆ, ਇਹ ਗੁਰੂ ਦੀ ਨਿੰਦਿਆ ਆ। ਇਹ ਗੁਰੂ ਦੀ ਨਿੰਦਿਆ ਆ। ਮੇਰੇ ਖਿਆਲ ਯਾਦ ਹੋਏਗਾ ਜੀ, ਨਿੰਦਕ ਨਰ ਕਾਲੇ ਮੁਖ ਨਿੰਦਾ, ਜਿਨ ਗੁਰ ਕੀ ਦਾਤ ਨਾ ਭਾਈ। ਜਿਨ੍ਹਾਂ ਨੂੰ ਗੁਰੂ ਦੀ ਦਾਤ ਚੰਗੀ ਨਹੀਂ ਲੱਗੀ, ਤੇ ਦਾਤ ਗੁਰੂ ਦੀ ਕਿਹੜੀ ਚੰਗੀ ਨਹੀਂ ਲੱਗਦੀ? ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ। ਹੁਣ ਮਹਾਰਾਜ ਕਹਿੰਦੇ ਨੇ ਨਿੰਦਕ ਮਾਰੇ ਤਤਕਾਲ। ਆਪਾਂ ਹੁਣੇ ਪਹਿਲਾਂ ਕਰਕੇ ਹਟੇ ਆਂ, ਸਤਿਗੁਰੂ ਦੀ ਸਿਫਤ ਸਲਾਹ ਕਰਦੇ ਆਂ ਤਾਂ ਜਿਉਂਦੇ ਆਂ। ਜੇ ਸਿਫਤ ਸਲਾਹ ਸਤਿਗੁਰੂ ਦੀ ਵਿਸਰਦੀ ਆ ਤਾਂ ਅਸੀਂ ਮਰ ਜਾਂਦੇ ਆ, ਸਾਡੀ ਮੌਤ ਹੋ ਜਾਂਦੀ। ਆਖਾਂ ਜੀਵਾਂ ਵਿਸਰੈ ਮਰ ਜਾਉ, ਠੀਕ ਹੈ ਨਾ ਜੀ। ਹੁਣ ਜਦੋਂ ਨਿੰਦਾ ਕਰਨੀ ਆ, ਨਿੰਦਾ ਸਿਫਤ ਸਲਾਹ ਤਾਂ ਨਹੀਂ ਨਾ ਹੈਗੀ। ਸਿਫਤ ਸਲਾਹ ਦੇ ਉਲਟ ਚਲਾ ਗਿਆ। ਇਹਨੇ ਜੀਵਨ ਦਾ ਆਧਾਰ ਬਣਾਇਆ ਨਿੰਦਾ। ਤੇ ਜਿਹੜੇ ਬੰਦੇ ਕੋਲ ਨਿੰਦਾ ਆ, ਨਿੰਦਕ ਆ ਜਿਹੜਾ, ਜਿਹਨੇ ਨਿੰਦਿਆ ਨੂੰ ਧਾਰਨ ਕੀਤਾ ਆ, ਸਿਫਤ ਸਲਾਹ ਤੇ ਉਹ ਕਰ ਨਹੀਂ ਰਿਹਾ, ਉਹ ਤੇ ਕਰ ਰਿਹਾ ਨਿੰਦਾ। ਉਹ ਤਾਂ ਗੁਰੂ ਦੀ ਦਾਤ ਤੋਂ ਮੂੰਹ ਫੇਰ ਰਿਹਾ। ਇਹ ਜਿਉਂਦਾ ਥੋੜੀ ਰਹੇਗਾ, ਵਿਸਰੈ ਮਰ ਜਾਓ। ਇਹਨੇ ਨਿੰਦਿਆ ਨੂੰ ਆਧਾਰ ਬਣਾਇਆ, ਸਿਫਤ ਸਲਾਹ ਨੂੰ ਵਿਸਾਰ ਦਿੱਤਾ, ਇਹ ਮਰੇਗਾ ਹੀ ਮਰੇਗਾ। ਇਹ ਹਰ ਹਾਲਤ ਵਿੱਚ ਮਰੇਗਾ। ਇੱਕ ਬੰਦਾ ਪੌੜੀਆਂ ਚੜ ਰਿਹਾ, ਇੱਕ ਡੰਡੇ ਦੇ ਉੱਤੇ ਪੈਰ ਰੱਖਦਾ, ਉੱਪਰੋਂ ਹੱਥ ਪਾਉਂਦਾ, ਏਦਾਂ ਹੀ ਪੌੜੀਆਂ ਚੜ੍ਹਦੇ ਆ ਨਾ ਜੀ। ਜੇ ਹੁਣ ਪੌੜੀਆਂ ਚੜ੍ਹਦੇ ਆ, ਆਪਣਾ ਪੈਰ ਡੰਡੇ ਦੇ ਉੱਤੇ ਨਾ ਰੱਖੇ ਤੇ ਉੱਪਰੋਂ ਹੱਥ ਛੱਡੇ ਤੇ ਕੀ ਹੋਏਗਾ? ਡਿੱਗੇਗਾ, ਲੱਤ ਬਾਂਹ ਤੜਾਏਗਾ, ਮਰੇਗਾ। ਤਾਂ ਜਿਹੜੇ ਬੰਦੇ ਨੇ ਅਕਾਲ ਪੁਰਖ ਜੀ ਦੀ ਸਿਫਤ ਸਲਾਹ ਵਾਲਾ ਉਹ ਰਾਹ ਤਿਆਗ ਲਿਆ ਆ, ਯਕੀਨਨ ਉਹ ਮੌਤ ਦੇ ਰਾਹ ਪੈ ਗਿਆ ਹੈ, ਉਹਨੇ ਮਰ ਜਾਣਾ ਆ। ਨਿੰਦਕ ਨਿੰਦਾ ਕਰਕੇ ਮੌਤ ਦੇ ਮੂੰਹ ਵਿੱਚ ਪੈ ਗਿਆ। ਨਿੰਦਕ ਨਿੰਦਾ ਧਾਰਨ ਕਰਕੇ ਮੌਤ ਦੇ ਮੂੰਹ ਵਿੱਚ ਪੈ ਗਿਆ। ਸਿਫਤ ਸਲਾਹ ਵਾਲਾ ਰਾਹ ਉਹਨੇ ਛੱਡ ਦਿੱਤਾ ਆ। ਸਰੀਰਕ ਤੌਰ ਤੇ ਨਿੰਦਕ ਨਹੀਂ ਮਰਦਾ, ਭਾਵੇਂ ਜਿਉਂਦਾ ਵੀ ਰਵੇ। ਮਹਾਰਾਜ ਕਹਿੰਦੇ ਨੇ ਨਿੰਦਕ ਮਾਰੇ ਤਤਕਾਲ, ਖੇਨ ਟਿਕਣ ਨਾ ਦਿੱਤੇ। ਖੇਨ ਤੇ ਖੇਨ ਕਿੰਨਾ ਕਾ? ਥੋੜਾ ਜਿਹਾ ਸਮਾਂ। ਇੰਨਾ ਵੀ ਸਮਾਂ ਟਿਕਦੇ ਨਹੀਂ, ਇਹਨਾਂ ਦੇ ਅੰਦਰ ਟਿਕਾ ਨਹੀਂ ਹੈਗਾ। ਇਹ ਭਟਕਦੇ ਆ, ਇਹ ਵਿਚਾਰੇ ਚੰਚਲ ਹੋਏ ਰਹਿੰਦੇ ਆ।
ਇੰਨਾ ਵੀ ਥੋੜਾ ਵੀ ਸਮਾਂ ਨਹੀਂ ਟਿਕ ਸਕਦੇ। ਖਿਨ ਟਿਕਣ ਨਾ ਦਿੱਤੇ। ਆਓ ਜੀ ਅੱਗੇ ਪੜ੍ਹਦੇ ਹਾਂ। ਪ੍ਰਭ ਦਾਸ ਕਾ ਦੁਖ ਨ ਖਾਲ ਸਕੈ, ਪੜ ਜੂਨੀ ਜੁਤੇ। ਮੱਥੇ ਬਾਲ ਪਿਛਾੜਿਆ ਨ, ਜਮ ਮਾਰਗ ਮਤੇ। ਦੁਖ ਲੱਗੈ ਬਿਲ ਲਾਣਿਆ, ਨਰਕ ਘੋਰ ਸੁਤੇ। ਕੰਠ ਲਾਏ ਦਾਸ ਰੱਖਿਆ ਨ, ਨਾਨਕ ਹਰ ਸਤੇ। ਸ਼ਲੋਕ ਮਹਿਲਾ ਪੰਜਵਾਂ। ਰਾਮ ਜਪੋ ਬੜ ਭਾਗੀਓ, ਜਲ ਥਲ ਪੂਰਨ ਸੋਏ। ਨਾਨਕ ਨਾਮ ਧਿਆਇਐ, ਬਿਗਨ ਨ ਲਾਗੈ ਕੋਏ। ਮਹਿਲਾ ਪੰਜਵਾਂ। ਕੋਟ ਬਿਗਨ ਤਿਸ ਲਾਗਤੇ, ਜਿਸਨੂੰ ਵਿਸਰੈ ਨਾਉ। ਨਾਨਕ ਆਨੰਦਨ ਬਿਲ ਪਤੇ, ਜਿਉ ਸੁਣੈ ਕਰ ਗਾਉ। ਪੌੜੀ। ਇਹ ਜਿਹੜਾ ਸ਼ਲੋਕ ਹੁਣ ਆਪਾਂ ਪੜ੍ਹਿਆ ਜੀ, ਇਹ ਵੀ ਗੁਰੂ ਗ੍ਰੰਥ ਸਾਹਿਬ 'ਚ 2 ਵਾਰੀ ਹੈ। ਇਸੇ ਹੀ ਵਾਰ ਵਿੱਚ ਤੁਸੀਂ ਪਹਿਲਾਂ 15 ਨੰਬਰ ਪੌੜੀ ਦੇ ਨਾਲ ਇਹ ਸ਼ਲੋਕ ਵੇਖ ਚੁੱਕੇ ਹੋ। ਇਸੇ ਵਾਰ ਵਿੱਚ ਹੀ ਆਪਾਂ ਹੁਣ ਪੌੜੀ ਨੰਬਰ 22 ਤੇ ਆ, ਪੌੜੀ ਨੰਬਰ 21 ਤੇ ਆ। ਤੁਸੀਂ 15 ਨੰਬਰ ਪੌੜੀ ਦੇ ਉੱਤੇ ਸ਼ਲੋਕ ਦੇ ਦਰਸ਼ਨ ਪਹਿਲਾਂ ਵੀ ਥੋੜੀ ਦੇਰ ਪਹਿਲਾਂ ਕਰ ਚੁੱਕੇ ਹੋ। ਹਾਂਜੀ। ਪੌੜੀ। ਸਿਮਰ ਸਿਮਰ ਦਾਤਾਰ, ਮਨੋਰਥ ਪੂਰਿਆ। ਇਛ ਪੁਨੀ ਮਨ ਆਸ, ਗਏ ਵਿਸੂਰਿਆ। ਪਾਇਆ ਨਾਮ ਨਿਧਾਨ, ਜਿਸ ਨੂੰ ਭਾਲਦਾ। ਜੋਤ ਮਿਲੀ ਸੰਗ ਜੋਤ, ਰਹਿਆ ਘਾਲ ਦਾ। ਸੂਖ ਸਹਿਜ ਆਨੰਦ, ਬੁੱਠੇ ਟਿਕ ਘਰ। ਆਵਣ ਜਾਣ ਰਹੇ, ਜਨਮ ਨ ਤਾਹਾਂ ਮਰ। ਸਾਹਿਬ ਸੇਵਕ ਇੱਕ, ਇੱਕ ਦ੍ਰਿਸ਼ਟਾਇਆ। ਗੁਰ ਪ੍ਰਸਾਦ ਨਾਨਕ, ਸੱਚ ਸਮਾਇਆ। ਇੱਥੇ ਤੱਕ 21 ਪੌੜੀਆਂ ਇਸ ਵਾਰ ਦੀਆਂ, ਗੋਜਰੀ ਕੀ ਵਾਰ ਮਹਿਲਾ ਪੰਜਵਾਂ ਦੀਆਂ ਸਮਾਪਤ ਹੁੰਦੀਆਂ ਜੀ। ਔਰ ਹੁਣ ਤੱਕ ਆਪਾਂ 7 ਵਾਰਾਂ ਦਾ ਪਾਠ ਕਰ ਚੁੱਕੇ ਹਾਂ। ਅਸੀਂ ਅਗਲੀ ਵਾਰ ਤੱਕ ਜਾਂਦਿਆਂ